अरविंद केजरीवाल आम आदमी पार्टी ਦੇ ਫਿਰ ਚੁਣੇ ਗਏ ਕੌਮੀ ਕਨਵੀਨਰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਮੀਟਿੰਗ ਦੇ ਵਿੱਚ ਹੋਇਆ ਫੈਸਲਾ। ਸਿਰਸਾ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਜਾਰੀ। ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਮਹਾਪੰਚਾਇਤ 'ਚ ਪਹੁੰਚੇ। ਕਰਨਾਲ ਧਰਨਾ ਖਤਮ ਕਰਨ ਤੋਂ ਬਾਅਦ ਹਰਿਆਣਾ ਦੇ ਵਿੱਚ ਪਹਿਲੀ ਮਹਾਪੰਚਾਇਤ। पंजाब कांग्रेस ਦੇ ਵਿੱਚ ਨਹੀਂ ਰੁਕ ਰਹੀ ਧੜੇਬੰਦੀ। ਅਮਰਗੜ੍ਹ ਤੋਂ ਕਾਂਗਰਸ ਵਿਧਾਇਕ ਸੁਰਜੀਤ ਧਮਾਨ ਨੇ ਫਿਰ ਦੁਹਰਾਇਆ ਕਿ 2022 ਦੇ ਵਿੱਚ ਕੈਪਟਨ ਦੀ ਅਗਵਾਈ 'ਚ ਨਹੀਂ ਲੜਾਂਗਾ ਚੋਣ, ਸਿੱਧੂ ਨੂੰ ਬਣਾਇਆ ਜਾਵੇ ਸੀਐਮ ਚਿਹਰਾ। ਪੰਜਾਬ ਰੋਡਵੇਜ਼ ਪਨਬਸ 'ਚ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ 7ਵੇਂ ਦਿਨ ਵੀ ਜਾਰੀ। ਫਰੀਦਕੋਟ ਦੇ ਵਿੱਚ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਘਰ ਦਾ ਕੀਤਾ ਘਿਰਾਓ। ਖੁਦ ਨੂੰ ਪੱਕੇ ਕਰਨ ਦੀ ਕਰ ਰਹੇ ਨੇ ਮੰਗ। ਕਰੀਬ 2000 ਸਰਕਾਰੀ ਬੱਸਾਂ ਦੀ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ। 10,000 ਪਠਾਣਾਂ ਦੇ ਖਿਲਾਫ ਲੜਨ ਵਾਲੇ 21 ਸਿੱਖ ਫੌਜੀਆਂ ਦੀ ਬਹਾਦਰੀ ਨੂੰ ਕੀਤਾ ਯਾਦ। ਫਿਰੋਜ਼ਪੁਰ ਦੇ ਵਿੱਚ ਰੱਖਿਆ ਗਿਆ ਸੀ ਸੂਬਾ ਪੱਧਰੀ ਸਮਾਗਮ। ਲਾਹੌਲ ਸਪੀਤੀ ਦੇ ਵਿੱਚ ਐਂਟਰੀ ਦੇ ਵਿੱਚ ਕਰਨ ਦੇ ਲਈ ਸੈਲਾਨੀ ਨੂੰ ਦੇਣਾ ਪਵੇਗਾ ਟੈਕਸ। ਪ੍ਰਸ਼ਾਸਨ ਨੇ ਬੈਰੀਅਰ ਤੇ ਕੀਤਾ ਸਥਾਪਿਤ। 2 ਪਹੀਆ ਵਾਹਨ ਦੇ ਲਈ 50 ਰੁਪਏ, 4 ਪਹੀਆ ਵਾਹਨ ਲਈ 200 ਤੇ ਬੱਸ ਟਰੱਕ ਤੋਂ ਵਸੂਲੇ ਜਾਣਗੇ 500 ਰੁਪਏ। ਮੀਂਹ ਦੇ ਨਾਲ ਜਲਥਲ ਹੋਏ ਪੰਜਾਬ ਦੇ ਸ਼ਹਿਰ। ਸੀਵਰੇਜ ਹੋਏ ਓਵਰਫਲੋ। ਸੜਕਾਂ ਤੇ ਭਰਿਆ ਪਾਣੀ। ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ ਪਏ ਛੋਟੇ। ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਰੌਣਕਾਂ। ਬਟਾਲਾ ਦੇ ਲਈ ਨਿਕਲਿਆ ਵਿਆਹ ਰੂਪੀ ਨਗਰ ਕੀਰਤਨ। ਬੜੀ ਗਿਣਤੀ ਦੇ ਵਿੱਚ ਸੰਗਤ ਹੋਈ ਸ਼ਾਮਿਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਲੰਪਿਕ ਦੇ ਚੈਂਪੀਅਨਜ਼ ਦੇ ਨਾਲ ਕੀਤੀ ਮੁਲਾਕਾਤ। ਦੇਸ਼ ਦੇ ਲਈ ਮੈਡਲ ਜਿੱਤਣ ਤੇ ਦਿੱਤੀ ਵਧਾਈ। ਮੈਡਲ ਤੋਂ ਖੁੰਝੇ ਖਿਡਾਰੀਆਂ ਦਾ ਵਧਾਇਆ ਹੌਸਲਾ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਦਿੱਲੀ ਤੋਂ। ਤੇ ਅਰਵਿੰਦ ਕੇਜਰੀਵਾਲ ਫਿਰ ਤੋਂ ਕੌਮੀ ਕਨਵੀਨਰ ਬਣੇ ਨੇ। ਆਮ ਆਦਮੀ ਪਾਰਟੀ ਦੀ ਕੌਮੀ ਕਨਵੀਨਰ ਬਣੇ ਨੇ ਅਰਵਿੰਦ ਕੇਜਰੀਵਾਲ। ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਅਰਵਿੰਦ ਕੇਜਰੀਵਾਲ ਪਹਿਲਾਂ ਵੀ ਕਨਵੀਨਰ ਨੇ ਔਰ ਫਿਰ ਤੋਂ ਚੁਣੇ ਗਏ ਨੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ। ਔਰ ਆਮ ਆਦਮੀ ਪਾਰਟੀ ਦੇ ਹੁਣ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਰਹਿਣਗੇ, ਬਣੇ ਰਹਿਣਗੇ। ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਸੋ ਦੱਸ ਦਈਏ ਕਿ ਬਹੁਤਾ ਲੰਮਾ ਸਮਾਂ ਪੁਰਾਣੀ ਇਹ ਪਾਰਟੀ ਨਹੀਂ ਹੈ। ਕਰੀਬ 2012 ਦੇ ਵਿੱਚ ਜ਼ਿਆਦਾਤਰ ਹੋਂਦ ਦੇ ਵਿੱਚ ਆਈ ਆਮ ਆਦਮੀ ਪਾਰਟੀ। ਔਰ ਪਹਿਲੇ ਦਿਨ ਤੋਂ ਹੀ ਅਰਵਿੰਦ ਕੇਜਰੀਵਾਲ ਇਸ ਪਾਰਟੀ ਦੇ ਕੌਮੀ ਕਨਵੀਨਰ ਨੇ। ਉਹਨਾਂ ਦੇ ਵੱਲੋਂ ਹੀ ਇਸ ਪਾਰਟੀ ਨੂੰ ਖੜਾ ਕੀਤਾ ਗਿਆ। ਦਿੱਲੀ ਦੇ ਵਿੱਚ ਸਰਕਾਰ ਬਣਾਈ ਗਈ ਔਰ ਮੌਜੂਦਾ ਵੀ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਹੀ ਨੇ। ਔਰ ਉਹਨਾਂ ਦੇ ਵੱਲੋਂ ਉੱਥੇ ਅੱਜ ਵੀ ਜਿਹੜਾ ਸਰਕਾਰ ਚਲਾਈ ਜਾ ਰਹੀ ਹੈ। ਸੋ ਮੁੜ ਤੋਂ ਐਗਜ਼ੀਕਿਊਟਿਵ ਜੇਕਰ ਗੱਲ ਕੀਤੀ ਜਾਵੇ ਮੀਟਿੰਗ ਤਾਂ ਉਸ ਦੇ ਵਿੱਚ ਫੈਸਲਾ ਲਿਆ ਗਿਆ। ਨੈਸ਼ਨਲ ਐਗਜ਼ੀਕਿਊਟਿਵ ਮੀਟਿੰਗ ਦੇ ਵਿੱਚ ਪਾਰਟੀ ਦੀ ਇਹ ਫੈਸਲਾ ਹੋਇਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਬਣੇ ਰਹਿਣਗੇ। ਹਾਲਾਂਕਿ ਉਹਨਾਂ ਦੇ ਵੱਲੋਂ ਜਿਹੜਾ ਉਹ ਸਮੇਂ-ਸਮੇਂ ਤੇ ਪੰਜਾਬ ਵੀ ਆਇਆ ਜਾਂਦਾ ਤੇ ਹੁਣ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਸੀਟ ਤੇ ਵਧੀਆ ਪ੍ਰਚਾਰ ਕੀਤਾ ਜਾਵੇ, ਲੋਕਾਂ ਦੇ ਦਿਲਾਂ ਤੱਕ ਪਹੁੰਚ ਕੀਤੀ ਜਾਵੇ। ਸੋ ਅਰਵਿੰਦ ਕੇਜਰੀਵਾਲ ਕਈ ਵਾਰ ਪੰਜਾਬ ਵੀ ਆ ਚੁੱਕੇ ਨੇ ਤੇ ਹੁਣ ਅਗਰ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਫਿਰ ਤੋਂ ਬਣ ਚੁੱਕੇ ਨੇ, ਜੋ ਕਿ ਪਾਰਟੀ ਦੇ ਵੱਲੋਂ ਨੈਸ਼ਨਲ ਐਗਜ਼ੀਕਿਊਟਿਵ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਹ ਅਹਿਮ ਫੈਸਲਾ ਪਾਰਟੀ ਲੈਂਦੀ ਹੋਈ ਨਜ਼ਰ ਆਈ ਹੈ। ਸੋ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਹੀ ਇਸ ਪਾਰਟੀ ਨੂੰ ਖੜਾ ਕੀਤਾ ਗਿਆ ਸੀ, ਫਿਰ ਤੋਂ ਦੱਸ ਦਈਏ। ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਚੋਣਾਂ ਲੜੀਆਂ ਗਈਆਂ ਤੇ ਦਿੱਲੀ ਹੀ ਇਹਨਾਂ ਦਾ ਘਰ ਕਿਹਾ ਜਾਂਦਾ, ਮੁੱਢ ਕਿਹਾ ਜਾਂਦਾ, ਕਿਉਂਕਿ ਦਿੱਲੀ ਦੇ ਵਿੱਚ ਇਹ ਪਾਰਟੀ ਜਿਹੜੀ ਹੈ ਸਥਾਪਿਤ ਹੋਈ, ਉੱਥੇ ਹੀ ਚੋਣਾਂ ਲੜੀਆਂ, ਉੱਥੇ ਹੀ ਸਰਕਾਰ ਬਣਾਈ। ਔਰ ਉਸ ਤੋਂ ਬਾਅਦ ਹਾਲਾਂਕਿ ਸੂਬੇ ਦੇ ਵਿੱਚ ਇਹਨਾਂ ਦੇ ਵੱਲੋਂ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਹੀ ਹੁਣ ਤੱਕ ਇਹਨਾਂ ਦੀ ਕਿਸਮਤ ਜਿਹੜੀ ਹੈ ਉਹ ਚੱਲੀ ਹੈ, ਸਿੱਕਾ ਚੱਲਦਾ ਹੋਇਆ ਨਜ਼ਰ ਆਇਆ। ਸੋ ਇਸ ਵਾਰ ਵੀ ਵੇਖਣਾ ਹੋਏਗਾ ਕਿ ਕੁਝ ਆਮ ਆਦਮੀ ਪਾਰਟੀ ਦਾ ਰਹਿੰਦਾ ਇੱਥੇ ਪ੍ਰਦਰਸ਼ਨ। ਪਰ ਗੱਲ ਕੀਤੀ ਜਾਵੇ ਤਾਂ ਗੋਆ ਦੇ ਵਿੱਚ ਵੀ ਕੋਸ਼ਿਸ਼ਾਂ ਨੇ। ਸੋ ਕੁੱਲ ਮਿਲਾ ਕੇ ਕਾਫੀ ਜ਼ਿਆਦਾ ਅਹਿਮ ਇਸ ਵੇਲੇ ਕੋਸ਼ਿਸ਼ ਹੈਗੀ ਹੈ ਕਿ ਆਮ आदमी पार्टी काम करती हुई नजर आएगी। सो रचना पत्रकार ने साढ़े नाल दिल्ली तो। सो रचना, क्या कुछ जानकारी है? अगर बात की जाए तो आज एक फैसला फिर से आम आदमी पार्टी करती नजर आई है कौमी प्रधान के लिए। जी बिल्कुल, देखिए जिस तरीके से आम आदमी पार्टी की एक बैठक चल रही है और राष्ट्रीय संयोजक जो अरविंद केजरीवाल है उनकी अध्यक्षता में 10वीं राष्ट्रीय परिषद की बैठक हुई, उसमें 34 सदस्य जो हैं
वो जी। नए गठित किए गए और आज ऑनलाइन के माध्यम से ये बैठक चल रही है, क्योंकि देखिए 5 राज्यों में चुनाव है जहां पर आम आदमी पार्टी उत्तर प्रदेश, उत्तराखंड और पंजाब में चुनाव लड़ने वाली है। तो इसी को देखते हुए जो तमाम नए सदस्य हैं उन सबके साथ ये बैठक होगी और इसमें ऑनलाइन ये बैठक होगी। सभी जो सदस्य हैं वो ऑनलाइन के माध्यम से इस बैठक के लिए जुड़ेंगे जी। और जिसमें कि अरविंद केजरीवाल इसमें शामिल होंगे, मनीष सिसोदिया शामिल होंगे, राज्यसभा के जो लोकसभा सांसद है, उसके अलावा जो कई जो विधायक हैं वो लोग, तो कुल 34 लोगों को यहाँ पर जगह दी गई है। रचना, इसके अलावा भी कोई बड़ा फैसला हो सकता है? अगर मैं पंजाब के पक्ष से देखूं तो यहाँ पर सीएम चेहरे को लेकर लगातार कशमकश बनी हुई है, क्या कुछ उसकी भी उम्मीद की जा सकती है? बिल्कुल, देखिए मैंने आपको बताया कि जो राज्यों में चुनाव होने हैं उनको लेकर तो यहाँ पे एक स्ट्रैटेजी बनाई जाएगी, एक पूरा एक्शन प्लान बनाया जाएगा और जिस तरीके से अभी फोकस है पंजाब पर, तो जी। जाहिर सी बात है कि सीएम चेहरे को लेकर भी यहाँ पर चर्चा होगी, लेकिन फिलहाल वो चेहरा कौन होगा, वो बाहर से होगा या पंजाब से होगा या किसी अपने ही चेहरे को ये वहां पर उतारेंगे, ये कहना अभी थोड़ी सी जल्दबाजी होगी, तो हमें थोड़ा इंतजार करना होगा। लेकिन स्ट्रैटेजी जरूर बनाई जाएगी कि सीएम के चेहरे को लेकर, चाहे वो उत्तराखंड की बात करें, उत्तर प्रदेश की बात करें या फिर हम पंजाब की बात करें, तो क्योंकि चुनाव होने हैं अगले साल, तो उनकी जो रणनीति होगी, जो स्ट्रैटेजी होगी, एक पूरा जो ड्राफ्ट है वो एक ब्लूप्रिंट पर यहाँ पर चर्चा होने वाली है। जी ठीक है रचना, बहुत बहुत शुक्रिया तमाम जानकारी के लिए, धन्यवाद। तो आम आदमी पार्टी के कौमी कन्वीनर बने ने अरविंद केजरीवाल, जेकर गल की जाए तो अज खास मीटिंग हैगी जिस तरह के नाल साडे पत्रकार ने जानकारी भी दी हैगी है और उसके मद्देनजर हालांकि कहना जल्दबाजी होएगी कि आज की मीटिंग पंजाब लिए कुछ फैसला होएगा कि नहीं, पर खास मीटिंग जरूर बनी जा रही है। उधर गल की जाए तो पंजाब दे विच कांग्रेस दे विच लगातार जिहड़ा बयानबाजियां दा दौर जारी है और कांग्रेसी विधायक सुरजीत मान दा वड्डा बयान सामने आया कि 2022 दे विच कैप्टन दी अगवाई दे विच चोण नहीं लड़ांगा। यह वड्डा बयान देंदे हुए सुरजीत मान नजर आए ने। कांग्रेस का मुख मंत्री नवजोत सिंह सिद्धू चेहरा ही होवे, कांग्रेस का मुख चेहरा जिहड़ा है मुख मंत्री का नवजोत सिंह सिद्धू ही होण ते मान ये कहंदे हुए नजर आए ने और आवाज चुकते हुए नजर आए हैं और पहला भी कैप्टन के खिलाफ कई बार ते मान बोलते नजर आए ने। सो सिद्धू धड़े दे खास मने जाते ने सुरजीत मान और एक वड्डा बयान इत्थे काफी ज्यादा मायने रखता है क्योंकि किते ना किते रोजाना दे वांग ही जिहड़े बयान ने वो सामने आउंदे जा रहे ने, बेशक वो कैप्टन खेमा होवे, सिद्धू खेमा होवे और लगातार ये मंग जिहड़ी है वो हाईकमान तक भी पहुंचाई गई है। हालांकि हाईकमान दे वल्लों अजिहा कोई बयान नहीं दिता गया कि किसी तरह दे नाल कैप्टन अमरिंदर सिंह नूं जिहड़ा है वो ना बनाया जावे अगला चेहरा, बल्कि यही हुण तक हरीश रावत होरी भी कहते नजर आए थे कि कैप्टन की अगवाई दे विच ही चोण लड़ी जाएगी, पर लगातार सिद्धू धड़े की कोशिश है कि किसी तरह दे नाल आवाज जिहड़ी है वो हाईकमान तक बुलंद की जाए और कुछ फैसले जिहड़े ने वो लए जान 2022 के मद्देनजर, पर अजे तक शायद लगता है अंदाजन कि हाईकमान अजिहे कुछ मूड विच नहीं लग रही। हालांकि अंदर खाते मीटिंगां दा दौर लगातार जारी है, पर उस तो बाद भी गल की जाए तो सिद्धू धड़ा भी जिहड़ा है वो कोई वड्डी आवाज बुलंद करता नजर नहीं आया, पर हुण सुरजीत मान होरां दा आया ये बयान एक बार फिर तो चर्चा का विषय बनता हुआ नजर आ रहा ते इस नूं लैके फिर तो हुण कह सकते हैं बयानबाजियां का दौर शुरू होएगा। सो 2022 दे विच कैप्टन की अगवाई च चोण नहीं लड़ांगा क्या ਤੁਹਾਡਾ ਤਾਂ ਇਹੀ ਨਹੀਂ ਪਤਾ ਚੱਲ ਰਿਹਾ ਨਾ ਕਪਤਾਨ ਕੌਣ ਹੈ, ਸਿੱਧੂ ਕਪਤਾਨ ਹੈ, ਕੈਪਟਨ ਕਪਤਾਨ ਹੈ, ਤੁਸੀਂ ਅਸੀਂ ਆਪਦੇ ਆਪ ਚ ਕਪਤਾਨ ਆ ਆਪਦੇ ਹਲਕੇ ਦੇ, ਸਾਨੂੰ ਨਹੀਂ ਪਤਾ ਕੌਣ ਕਪਤਾਨ ਹੈ, ਕਪਤਾਨਾਂ ਨੇ ਆਪਦਾ ਕੰਮ ਕਰਨਾ ਹੈ। ਤੁਹਾਨੂੰ ਅਗਵਾਈ ਕਿੰਦੀ ਪਸੰਦ ਹੈ? ਮੈਂ ਜਿਹੜੀ ਕਹਿ ਰਿਹਾ ਗੱਲ, ਸਾਡੇ ਲਈ ਜੋ ਪਾਰਟੀ ਦੇ ਲੀਡਰ ਨੇ ਸਾਰੇ ਬਰਾਬਰ ਨੇ। ਤੁਸੀਂ ਤਾਂ ਕਹਿ ਰਹੇ ਕਿ ਅਗਰ ਕਪਤਾਨ ਨੂੰ ਅਮਰਿੰਦਰ ਹੋਰਾਂ ਨੂੰ ਕਪਤਾਨੀ ਦਿੱਤੀ ਤਾਂ ਫਿਰ ਮੈਂ ਚੋਣ ਹੀ ਨਹੀਂ ਮੈਂ ਲੜੂੰਗਾ। ਜਿਹੜੀ ਕਹਿ ਰਿਹਾ, ਮੈਂ ਅੱਜ ਕਿਹੜਾ ਮੁੱਕਰਦਾ, ਮੈਂ ਕਦੇ ਵੀ ਕੋਈ ਗੱਲ ਕਹਿ ਕੇ ਮੁੱਕਰਦਾ ਨਹੀਂ। ਤੁਸੀਂ ਕਹਿ ਰਹੇ ਹੋ ਜੇ ਅਮਰਿੰਦਰ ਨੂੰ ਕਪਤਾਨੀ ਦਿੱਤੀ ਤੇ ਫਿਰ ਤੁਸੀਂ ਚੋਣ ਨਹੀਂ ਲੜੋਗੇ। ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਮੁੱਖ ਮੰਤਰੀ ਮੰਨਦੇ, ਨਵਜੋਤ ਜੀ ਪ੍ਰਧਾਨ ਨੇ, ਉਹਨੂੰ ਪ੍ਰਧਾਨ ਮੰਨ ਆਪਦਾ ਕੰਮ ਕਰ ਰਹੇ ਨੇ। ਮੇਰੇ ਕਹਿਣ ਦਾ ਭਾਵ ਵੀ 2022 ਚ ਜੇ ਉਹਨਾਂ ਦੀ ਕਮਾਂਡ ਥੱਲੇ ਚੋਣ ਹੁੰਦੀ ਹੈ ਕੈਪਟਨ ਸਾਹਿਬ ਦੀ ਥੱਲੇ, ਮੈਂ ਨਹੀਂ ਲੜਦਾ। ਮੈਂ ਤਾਂ ਅੱਜ ਵੀ ਕਹਿ ਰਿਹਾ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣ ਹੁੰਦੀ ਤੁਸੀਂ ਨਹੀਂ ਬਿਲਕੁਲ ਕਹਿ ਰਿਹਾ, ਮੈਂ ਨਹੀਂ ਲੜਦਾ। ਮੈਂ ਤਾਂ 6 ਮਹੀਨੇ ਤੱਕ ਮੈਂ ਨਹੀਂ ਲੜਦਾ। तो कुल मिला के वड्डा बयान देंदे हुए सुरजीत मान नजर आए ने और जिससे कई तरह के मायने निकलते नजर आए ने। और उधर गल करिए तो सिरसा दे विच किसानां दा महासम्मेलन है, अनाज मंडी दे विच महासम्मेलन हो रहा है। महासम्मेलन दे विच किसान आगू गुरनाम चढ़ूनी पहुंचे ने, वड्डी गिनती दे विच अनाज मंडी च इत्थे किसान पहुंचे हुए नजर आए ने। सो कुछ मुद्दों ते विचारां हो सकदियां ने। सो दस कि करनाल
ਦੇ ਵਿੱਚ ਧਰਨਾ ਖਤਮ ਕਰਨ ਤੋਂ ਬਾਅਦ ਹਰਿਆਣਾ ਦੇ ਵਿੱਚ ਪਹਿਲੀ ਮਹਾਪੰਚਾਇਤ ਹੈ। ਸੋ ਸਿਰਸਾ 'ਚ ਮਹਾਪੰਚਾਇਤ ਮਹਾਸੰਮੇਲਨ ਹੋ ਰਿਹਾ ਹੈ, ਅਨਾਜ ਮੰਡੀ ਦੇ ਵਿੱਚ ਮਹਾਸੰਮੇਲਨ ਹੋ ਰਿਹਾ ਹੈ ਔਰ ਕਿਸਾਨ ਆਗੂ ਗੁਰਨਾਮ ਚਰੂਨੀ ਵੀ ਪਹੁੰਚੇ ਨੇ ਕਿਉਂਕਿ ਸਹਿਮਤੀ ਤੋਂ ਬਾਅਦ ਧਰਨਾ ਬੀਤੇ ਦਿਨ ਖਤਮ ਹੋ ਗਿਆ ਸੀ ਜੋ ਕਰਨਾਲ ਦੇ ਵਿੱਚ ਚੱਲ ਰਿਹਾ ਸੀ ਔਰ ਲਗਾਤਾਰ ਇੱਥੇ ਕਿਸਾਨ ਜਿਹੜੇ ਨੇ ਇਕਜੁੱਟ ਹੁੰਦੇ ਹੋਏ ਇਕੱਠੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਸਿਰਸਾ ਦੇ ਵਿੱਚ ਮਹਾਸੰਮੇਲਨ ਚੱਲ ਰਿਹਾ ਔਰ ਇੱਥੇ ਮੰਗ ਇੱਕੋ ਹੀ ਹੈ ਕਿ ਖੇਤੀ ਕਾਨੂੰਨ ਸਰਕਾਰ ਰੱਦ ਕਰੇ ਔਰ ਇਹਨਾਂ ਨੂੰ ਨਾ ਮਨਜ਼ੂਰ ਨੇ ਔਰ ਲਗਾਤਾਰ ਇਹ ਵੱਡੀ ਤਾਦਾਦ ਕਿਸਾਨਾਂ ਦੀ ਨਜ਼ਰ ਆਉਂਦੀ ਹੈ। ਕਿਤੇ ਪ੍ਰਦਰਸ਼ਨ ਨਜ਼ਰ ਆਉਂਦੇ ਨੇ, ਕਿਤੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਜਾ ਰਿਹਾ ਹੈ ਔਰ ਕਿਤੇ ਇਕੱਠੇ ਹੋ ਕੇ ਅੱਜ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਗੁਰਨਾਮ ਚਰੂਨੀ ਇੱਥੇ ਪਹੁੰਚੇ ਨੇ, ਖਾਸ ਤੌਰ ਤੇ ਦੱਸ ਦਈਏ ਕਿਉਂਕਿ ਕਰਨਾਲ ਦੇ ਵਿੱਚ ਜੋ ਧਰਨਾ ਚੱਲ ਰਿਹਾ ਸੀ ਉਹ ਜੋ ਕੁਝ ਹੋਇਆ ਟੋਲ ਪਲਾਜ਼ਾ ਤੇ ਲਾਠੀਚਾਰਜ ਹੋਇਆ ਉਸ ਦੇ ਬਾਅਦ ਪ੍ਰਸ਼ਾਸਨ ਦੇ ਨਾਲ ਸਹਿਮਤੀ ਤੋਂ ਬਾਅਦ ਚੁੱਕ ਲਿਆ ਗਿਆ। ਸੋ ਗੱਲ ਕਰੀਏ ਤਾਂ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦਾ ਧਰਨਾ ਲਗਾਤਾਰ ਜਾਰੀ ਹੈ। ਮਾਨਸਾ ਦੇ ਵਿੱਚ ਰੋਡਵੇਜ਼ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ ਹੈ। 15 ਸਤੰਬਰ ਨੂੰ ਸੜਕਾਂ ਜਾਮ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅਜੇ ਵੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 15 ਸਤੰਬਰ ਨੂੰ ਜਾਮ ਕੀਤਾ ਜਾਏਗਾ, ਸੜਕਾਂ ਨੂੰ ਜਾਮ ਕੀਤਾ ਜਾਏਗਾ। ਫਰੀਦਕੋਟ ਦੇ ਵਿੱਚ ਵਿਧਾਇਕ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ। ਵਿਧਾਇਕ ਇੱਕੀ ਢਿੱਲੋਂ ਦੀ ਰਿਹਾਇਸ਼ ਕੇਰਨ ਪਹੁੰਚੇ ਨੇ ਪ੍ਰਦਰਸ਼ਨਕਾਰੀ। ਪੱਕੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਔਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਵਿਖਾ ਪਾ ਰਹੇ ਹਾਂ। ਦੋ ਤਸਵੀਰਾਂ ਵੇਖ ਸਕਦੇ ਹੋ ਤੁਸੀਂ, ਰੋਡਵੇਜ਼ ਕਰਮਚਾਰੀਆਂ ਦਾ ਪ੍ਰਦਰਸ਼ਨ ਹੈ ਮਾਨਸਾ ਤੇ ਫਰੀਦਕੋਟ ਦੀਆਂ ਇਹ ਦੋ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਝੰਡੇ ਲੈ ਕੇ ਹੱਥਾਂ ਦੇ ਵਿੱਚ ਨਾਅਰੇਬਾਜ਼ੀ ਇਹ ਕਰਮਚਾਰੀ ਕਰਦੇ ਹੋਏ ਨਜ਼ਰ ਆਏ ਨੇ। ਇੱਕੋ ਹੀ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬੱਸਾਂ ਹੋਰ ਪਾਈਆਂ ਜਾਣ, ਜੋ ਵਾਅਦੇ ਸਾਡੇ ਨਾਲ ਕੀਤੇ ਗਏ ਨੇ ਉਹ ਪੱਕੇ ਪੂਰੇ ਕੀਤੇ ਜਾਣ। ਉਸ ਨੂੰ ਲੈ ਕੇ ਲਗਾਤਾਰ ਧਰਨੇ ਤੇ ਬੈਠੇ ਨੇ। ਇਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਅਜੇ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਹੋਰ ਪ੍ਰਦਰਸ਼ਨ ਨੂੰ ਤੇਜ਼ ਕੀਤਾ ਜਾਏਗਾ। ਅੱਜ ਵੀ ਬਰਸਾਤ ਹੋ ਰਹੀ ਸੀ ਤਾਂ ਬੱਸ ਅੱਡੇ ਦੇ ਅੰਦਰ ਹੀ ਪ੍ਰਦਰਸ਼ਨ ਕਰਦੇ ਹੋਏ ਇਹ ਪ੍ਰਦਰਸ਼ਨਕਾਰੀ ਨਜ਼ਰ ਆਏ ਨੇ ਔਰ ਮਾਨਸਾ ਤੇ ਫਰੀਦਕੋਟ ਦੀਆਂ ਇਹ ਦੋ ਤਸਵੀਰਾਂ ਦਿਖਾ ਰਹੇ। ਸਾਡੀਆਂ ਤਾਂ ਮੰਗਾਂ ਬਿਲਕੁਲ ਜਾਇਜ਼ ਨੇ ਸਰ। ਸਾਨੂੰ ਜੋ ਵੀ 10-15 ਸਾਲਾਂ ਤੋਂ ਲਾਰਿਆਂ 'ਚ ਰੱਖਿਆ ਗਿਆ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ, ਮਤਲਬ ਕਿ ਸਾਨੂੰ ਪੱਕੇ ਕੀਤਾ ਜਾਵੇ, ਸਾਡੀਆਂ ਤਨਖਾਹਾਂ 'ਚ ਵਧੋਤਰੀ ਕੀਤੀ ਜਾਵੇ। ਸਾਡਾ ਜੀ ਜੋ ਸੂਬਾ ਕਮੇਟੀ ਵੱਲੋਂ ਹੋਊਗਾ ਅਗਲਾ ਸੰਘਰਸ਼ ਤਿੱਖਾ ਹੋਊਗਾ। ਜੇ ਰਿਸਪੌਂਸ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵੱਲੋਂ ਲਾਰਿਆਂ ਤੋਂ ਸਿਵਾਏ ਸਾਨੂੰ ਹਜੇ ਤੱਕ ਕੁਝ ਨਹੀਂ ਮਿਲਿਆ। ਹੁਣ ਸੀਐਮ ਸਾਹਿਬ ਖੁਦ ਮੀਟਿੰਗ ਕਰਨਗੇ, ਉਹਦੇ ਵਿੱਚ ਵੇਖਦੇ ਹਾਂ ਅਸੀਂ ਵੀ ਸਾਨੂੰ 14 ਤਰੀਕ ਨੂੰ ਕੀ ਦਿੰਦੀ ਹੈ ਸਰਕਾਰ। ਇਹ 14 ਤਰੀਕ ਨੂੰ ਵੀ ਸਾਡਾ ਕੋਈ ਸੰਘਰਸ਼ ਦੇ ਵਿੱਚ ਕੋਈ ਹੱਲ ਸਾਡਾ ਨਹੀਂ ਕੱਢਿਆ ਜਾਂਦਾ ਤੇ ਇਹ ਸੰਘਰਸ਼ ਹੈ ਜਿਹੜਾ ਸਾਡਾ ਹੋਰ ਵੀ ਆਉਣ ਵਾਲੇ ਸਮੇਂ ਤਿੱਖਾ ਹੋਊਗਾ। ਜਿੱਦਾਂ ਕਿ 15 ਤਰੀਕ ਨੂੰ ਸਾਡਾ ਨੈਸ਼ਨਲ ਹਾਈਵੇ ਵਗੈਰਾ ਦਾ ਹੋ ਗਿਆ ਜਾਂ ਕੋਈ ਇਸ ਤੋਂ ਵੀ ਤਿੱਖੇ ਸੰਘਰਸ਼ ਹੈ ਜੋ ਸਿਸਵਾ ਫਾਰਮ ਅਸੀਂ ਛੱਡਿਆ ਇੱਕ ਵਾਰ, ਉਹ ਸਾਨੂੰ ਦੁਬਾਰਾ ਘੇਰ ਲਈ ਅੰਦਰ ਜਾਣ ਲਈ ਮਜਬੂਰ ਹੋਣਾ ਪਊਗਾ ਬੈਰੀਕੇਡ ਪੱਟ ਕੇ। ਅਸੀਂ ਹੁਣ ਧਰਨਾ ਨਹੀਂ ਲਾਉਣਾ ਉੱਥੇ, ਅਸੀਂ ਮੀਟਿੰਗ ਮਿਲੀ ਸੀ। ਮੀਟਿੰਗ ਵਿੱਚ ਮਿਲਣ ਤੋਂ ਬਾਅਦ ਉੱਥੇ ਸਾਡੀ ਸੈਂਟਰ ਬਾਡੀ ਨੂੰ ਕਾਲ ਕੀਤੀ ਸੀ ਕਿ ਆਉਣ ਵਾਲੀ ਤਰੀਕ 12 ਤਰੀਕ ਨੂੰ ਅਸੀਂ ਵਿਧਾਇਕਾਂ ਦੇ ਕੋਠੀਆਂ ਮੂਹਰੇ 2-2 ਘੰਟੇ ਸ਼ਾਂਤਮਈ ਆਦਾ ਰੋਸ ਮੁਜ਼ਾਹਰਾ ਕਰਾਂਗੇ ਤੇ ਉਹਨਾਂ ਨੂੰ ਮੰਗ ਪੱਤਰ ਸੌਂਪਾਂਗੇ ਕਿ ਅਸੀਂ ਤਾਂ ਸਰਕਾਰ ਨੂੰ ਬਹੁਤ ਜਗਾਉਣ ਦੀ ਕੋਸ਼ਿਸ਼ ਕੀਤੀ, ਸਰਕਾਰ ਨਹੀਂ ਜਾਗੀ। ਸ਼ਾਇਦ ਇਹਨਾਂ ਦੇ ਕਹਿਣ 'ਤੇ ਸਰਕਾਰ ਕੋਈ ਸਾਡਾ ਹੱਲ ਕੱਢ ਸਕੇ। ਜੋ ਪਹਿਲਾਂ ਮੀਟਿੰਗ ਸੀ ਉਹ ਹੋਈ ਸੀ, ਉਹਦੇ 'ਚ ਕੋਈ ਬੇਸਿੱਟਾ ਰਹੀ। ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਸਾਹਿਬ ਨੇ ਆਪ ਖੁਦ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਕਿ ਮੈਂ ਆਪ ਮੀਟਿੰਗ ਕਰਕੇ ਤੁਹਾਡਾ ਮੰਗਾਂ ਦਾ ਹੱਲ ਜ਼ਰੂਰ ਕਰਾਂਗਾ। ਜਿਹੜੀਆਂ ਮੰਗਾਂ ਨੇ ਇਹ ਮੰਗਾਂ ਕੋਈ ਇੱਕ ਜਥੇਬੰਦੀ ਜਾਂ ਇੱਕ ਕੈਟਾਗਰੀ ਦੀਆਂ ਮੰਗਾਂ ਨਹੀਂ ਹੈ, ਇਹ ਮੰਗਾਂ ਸਮੂਹ ਮੁਲਾਜ਼ਮ ਵਰਗ ਦੀਆਂ ਮੰਗਾਂ ਨੇ ਸਾਰੇ ਵਿਭਾਗਾਂ ਦੇ ਵਿੱਚ। ਕਿਉਂਕਿ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ 75, 80, 85% ਮੁਲਾਜ਼ਮ ਜਿਹੜੇ ਨੇ ਕੱਚੇ ਕੰਮ ਕਰ ਰਹੇ ਨੇ, ਇਸ ਕਰਕੇ ਲੜਾਈ ਸਾਰਿਆਂ ਦੀ ਸੋ ਜਿੱਥੇ ਮਾਨਸਾ ਤੇ ਫਰੀਦਕੋਟ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ, ਉੱਥੇ ਰੋਡਵੇਜ਼ ਕਰਮਚਾਰੀਆਂ ਦਾ ਧਰਨਾ ਮੁਕਤਸਰ ਸਾਹਿਬ ਦੇ ਵਿੱਚ ਵੀ ਲੱਗਿਆ ਹੋਇਆ ਨਜ਼ਰ ਆਇਆ। ਬੱਸ ਅੱਡੇ ਦੇ ਅੰਦਰ ਹੀ ਇਹਨਾਂ ਨੇ ਪ੍ਰਦਰਸ਼ਨ ਕੀਤਾ ਹੈ, ਵਿਧਾਇਕਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਔਰ ਇਸ ਦਾ ਪ੍ਰੋਗਰਾਮ ਬਣਾਇਆ ਗਿਆ। ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਜਿਹੜਾ ਹੈ ਪ੍ਰਦਰਸ਼ਨ ਕੀਤਾ ਗਿਆ ਔਰ ਮੰਗ ਇਹ ਵੀ ਹੈ ਕਿ ਤਨਖਾਹਾਂ ਦੇ ਵਿੱਚ ਵੀ ਵਾਧਾ ਕੀਤਾ ਜਾਵੇ ਕਿਉਂਕਿ ਅਸੀਂ ਆਰਥਿਕ ਪੱਖੋਂ ਵੀ ਬੇਹੱਦ ਕਮਜ਼ੋਰ ਹਾਂ ਬਾਕੀ ਮੁਲਾਜ਼ਮਾਂ ਦੇ ਮੁਕਾਬਲੇ। ਸੋ ਤਨਖਾਹਾਂ ਦੇ ਵਿੱਚ ਵੀ ਵਾਧੇ ਦੀ ਮੰਗ ਹੋ ਰਹੀ ਹੈ, ਪੱਕੇ ਕਰਨ ਦੀ ਵੀ ਮੰਗ ਹੋ ਰਹੀ ਹੈ। ਸੋ ਮੁਕਤਸਰ ਸਾਹਿਬ 'ਚ ਕਰਮਚਾਰੀਆਂ ਨੇ ਬੱਸ ਅੱਡੇ ਦੇ ਅੰਦਰ ਹੀ ਪ੍ਰਦਰਸ਼ਨ ਕੀਤਾ। ਹਾਲਾਂਕਿ ਵਿਧਾਇਕਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਦਾ ਪ੍ਰੋਗਰਾਮ ਸੀ, ਪਰ ਬਰਸਾਤ ਦੇ ਚੱਲਦੇ ਕਹਿ ਸਕਦੇ ਹਾਂ ਕਿ ਇਹ ਬੱਸ ਅੱਡੇ ਦੇ ਵਿੱਚ ਹੀ ਪ੍ਰਦਰਸ਼ਨ ਕਰਦੇ ਹੋਏ ਕਰਮਚਾਰੀ ਅੱਜ ਨਜ਼ਰ ਆਏ ਨੇ ਔਰ ਮੁਕਤਸਰ ਸਾਹਿਬ ਦੀਆਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਰੋਡਵੇਜ਼ ਕਰਮਚਾਰੀਆਂ ਦਾ ਧਰਨਾ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਔਰ ਇਹ ਲਗਾਤਾਰ 7 ਦਿਨ ਹੋ ਚੁੱਕੇ ਨੇ ਪੂਰੇ। ਅੱਜ ਇੱਥੇ ਬੱਸਾਂ ਬੰਦ ਨੇ, ਉੱਥੇ ਹੀ ਪ੍ਰਦਰਸ਼ਨਕਾਰੀ ਰੋਡਵੇਜ਼ ਕਰਮਚਾਰੀ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ। ਪਨਬਸ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੂੰ ਅੱਜ
ਜਿਹੜਾ ਉਹਨਾਂ ਦਾ ਰੋਸ ਪ੍ਰਦਰਸ਼ਨ ਹੈ 7ਵੇਂ ਦਿਨ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ। ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਮੁਲਾਜ਼ਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਆ ਰਹੇ ਨੇ। ਉਹਨਾਂ ਦੀ ਮੇਨ ਮੰਗ ਹੈ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੋ 12 ਤੋਂ 15 ਸਾਲਾਂ ਤੋਂ ਲੈ ਕੇ ਆਪਣੀਆਂ ਜਿਹੜੀਆਂ ਸੇਵਾਵਾਂ ਪੰਜਾਬ ਰੋਡਵੇਜ਼ ਦਫ਼ਤਰ ਜਾਂ PRTC ਜਾਂ ਪਨ ਬੱਸ ਮਹਿਕਮੇ ਦੇ ਅੰਦਰ ਨਿਭਾ ਰਹੇ ਨੇ। ਅੱਜ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਕਾਂਗਰਸੀ ਆਗੂਆਂ ਦੇ MLAs ਦੇ ਘਰਾਂ ਦੇ ਬਾਹਰ ਧਰਨਾ ਦਿੱਤਾ ਜਾਣਾ ਸੀ, ਲੇਕਿਨ ਬਰਸਾਤ ਦੇ ਕਾਰਨ ਇਹਨਾਂ ਦਾ ਧਰਨਾ ਬੱਸ ਸਟੈਂਡ ਦੇ ਵਿੱਚ ਹੀ ਚੱਲ ਰਿਹਾ ਹੈ ਅਤੇ ਨਾਲ ਹੀ ਨਾਲ ਇਹਨਾਂ ਵੱਲੋਂ ਜੋ ਮੰਗ ਪੱਤਰ ਦਿੱਤਾ ਜਾਣਾ ਹੈ ਉਹ ਬੱਸ ਸਟੈਂਡ ਦੇ ਵਿੱਚ ਹੀ ਵਿਧਾਇਕ ਇੱਥੇ ਆ ਕੇ ਲੈ ਕੇ ਜਾਣਗੇ। ਲੇਕਿਨ ਸਰਕਾਰ ਇਹਨਾਂ ਦੀਆਂ ਕਦੋਂ ਮੰਗਾਂ ਨੂੰ ਪੂਰਾ ਕਰਦੀ ਹੈ ਤੇ ਕਦੋਂ ਇਹਨਾਂ ਨੂੰ ਪੱਕੇ ਕਰਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ। ਸ਼੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਟੁੱਡੀ, ਨਿਊਜ਼ 18 ਪੰਜਾਬ। ਤਸਵੀਰਾਂ ਤੁਹਾਨੂੰ ਵਿਖਾਈਆਂ ਕਿਸ ਤਰ੍ਹਾਂ ਦੇ ਨਾਲ ਵਰਦੇ ਮੀਂਹ ਦੇ ਵਿੱਚ ਹੀ ਪ੍ਰਦਰਸ਼ਨਕਾਰੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਉਧਰ ਮਲੇਰਕੋਟਲਾ ਦੀ ਗੱਲ ਕੀਤੀ ਜਾਵੇ ਤਾਂ ਸੈਫੀ ਰਾਬੀਆ ਨੂੰ ਇਨਸਾਫ ਦਿਵਾਉਣ ਦੇ ਲਈ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਸੰਗਠਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਦਿੱਲੀ ਦੀ ਸੈਫੀ ਰਾਬੀਆ ਦਾ ਕਤਲ ਹੋਇਆ ਸੀ, ਜਿਸ ਦੇ ਚੱਲਦੇ ਬੇਟੀ ਬਚਾਓ ਬੇਟੀ ਪੜਾਓ ਦਾ ਬੈਨਰ ਲੈ ਕੇ ਇਹਨਾਂ ਦੇ ਵੱਲੋਂ ਇੱਥੇ ਅੱਜ ਪ੍ਰਦਰਸ਼ਨ ਕੀਤਾ ਗਿਆ ਹੈ। ਔਰ ਵੇਖ ਸਕਦੇ ਹੋ ਕਿਸਾਨੀ ਝੰਡੇ ਜਿਹੜੇ ਨੇ ਉਹ ਵੀ ਹੱਥਾਂ ਦੇ ਵਿੱਚ ਇਹਨਾਂ ਔਰਤਾਂ ਦੇ ਨਜ਼ਰ ਆ ਰਹੇ ਨੇ। ਇਸ ਬਲਾਤਕਾਰ ਤੋਂ ਬਾਅਦ ਹੱਤਿਆ ਹੋਈ ਸੀ। ਜਥੇਬੰਦੀ ਨੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਜ਼ਾ ਦਿਵਾਉਣ ਦੇ ਲਈ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਵੀ ਸਾਫ਼ ਤੌਰ ਤੇ ਇੱਥੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ। ਸੋ ਮਲੇਰਕੋਟਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੈਫੀ ਰਾਬੀਆ ਨੂੰ ਇਨਸਾਫ ਦਿਵਾਉਣ ਦੇ ਲਈ ਪ੍ਰਦਰਸ਼ਨ ਕੀਤਾ ਗਿਆ ਔਰ ਵੱਖ-ਵੱਖ ਸੰਗਠਨ ਜਿਹੜੇ ਨੇ ਉਹ ਇਸ ਪ੍ਰਦਰਸ਼ਨ ਦੇ ਵਿੱਚ ਨਜ਼ਰ ਆਏ ਨੇ ਔਰ ਬੈਨਰ ਵੇਖ ਸਕਦੇ ਹੋ ਤੁਸੀਂ ਬੇਟੀ ਬਚਾਓ ਬੇਟੀ ਪੜਾਓ ਦੇ। ਇਸ ਤੋਂ ਇਲਾਵਾ ਹੋਰ ਔਰਤਾਂ ਦੇ ਲਈ ਜ਼ੁਰਮ ਨੂੰ ਲੈ ਕੇ ਜੋ ਜਬਰ ਜਨਾਹ ਹੈ, ਹੱਤਿਆਕਾਂਡ ਹੈ, ਉਸ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਦੀਆਂ ਜੋ ਮਹਿਲਾਵਾਂ ਵੱਡੇ ਪੱਧਰ ਤੇ ਨਜ਼ਰ ਆਈਆਂ ਔਰ ਮਲੇਰਕੋਟਲਾ ਦੇ ਵਿੱਚ ਇਹ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆਇਆ ਜਿੱਥੇ ਵੱਡੀ ਤਾਦਾਦ 'ਚ ਔਰਤਾਂ ਨਜ਼ਰ ਆਈਆਂ। ਦਿੱਲੀ ਦੇ ਵਿੱਚ ਇੱਕ ਰੇਪ ਹੋਇਆ ਹੈ ਰਾਬੀਆ ਸੈਫੀ ਦਾ, ਤਾਂ ਉਸ ਵਿੱਚ ਜੋ ਸਰਕਾਰ ਹੈ ਜਾਂ ਫਿਰ ਉੱਥੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਉਹ ਉਸ ਮੁਤਾਬਿਕ ਇਨਵੈਸਟੀਗੇਸ਼ਨ ਨਹੀਂ ਕਰ ਰਹੀ ਜੋ ਕਿ ਇਸ ਕੇਸ ਵਿੱਚ ਕਰਨੀ ਚਾਹੀਦੀ ਹੈ। ਇਹ ਕਹਿ ਰਹੇ ਨੇ ਕਿ ਉਹਦੀ ਮੈਰਿਜ ਹੋਈ थी ਕੁੜੀ 21 ਸਾਲ ਦੀ ਜੋ ਕੁੜੀ थी उसकी मैरिज ਹੋਈ थी। अगर मैरिज ਹੋਈ थी तो ਉਹਦੇ ਸਬੂਤ ਕਿੱਥੇ? ਹਰ ਇਨਸਾਨ ਜਦ ਕੁਝ ਕਰਨ ਜਾਂਦਾ ਤਾਂ ਉਹਦੇ ਸਬੂਤ ਹੁੰਦੇ। ਮੈਰਿਜ ਦਾ ਸਬੂਤ ਨਹੀਂ ਔਰ ਇਨਵੈਸਟੀਗੇਸ਼ਨ ਵਿੱਚ ਬਹੁਤ ਢੀਲ ਹੈ। ਅੱਜ ਦੇ ਜਿਹੜੇ ਪ੍ਰੋਟੈਸਟ ਹੈ ਜੋ ਰਾਬੀਆ ਸੈਫੀ ਹੈ ਜਿਹਦੇ ਨਾਲ ਅਨਜਸਟਿਸ ਹੋਇਆ ਹੈ, ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਉਹਨੂੰ ਜਸਟਿਸ ਦਿੱਤਾ ਜਾਵੇ। ਜਿਵੇਂ ਅੱਜ ਕੱਲ੍ਹ ਰਿਵਾਈਜ਼ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਅਦਾਮਨੀ ਦਾ ਕੇਸ ਸੀਗਾ ਉਹਦੇ ਵਿੱਚ ਪ੍ਰੋਪਰ ਉਹਨਾਂ ਦਾ ਇਨਵੈਸਟੀਗੇਸ਼ਨ ਤੋਂ ਬਾਅਦ ਜਸਟਿਸ ਮਿਲਿਆ, ਤਾਂ ਅਸੀਂ ਚਾਹੁੰਦੇ ਕਿ ਉਸੇ ਤਰ੍ਹਾਂ ਇਸ ਰਾਬੀਆ ਨਾਮ ਦੀ ਜੋ ਲੜਕੀ ਹੈ ਇਹ ਵੀ ਇਸ ਹਿਊਮਨ ਬੀਇੰਗ ਇਹਦੇ ਪ੍ਰੋਪਰ ਇਨਵੈਸਟੀਗੇਸ਼ਨ ਦੇ ਨਾਲ ਇਹਨੂੰ ਵੀ ਇਨਸਾਫ ਦਿੱਤਾ ਜਾਵੇ ਤੇ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ। ਤੇ ਉਧਰ ਸਮਰਾਹ ਦੀ ਗੱਲ ਕੀਤੀ ਜਾਵੇ ਤਾਂ ਇੱਕ ਦਿਲ ਝੰਜੋੜਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਸ਼ੇੜੀ ਪੁੱਤਰ ਨੂੰ ਸੰਗਲ ਦੇ ਨਾਲ ਬੰਨਣ ਦੇ ਲਈ ਮਾਂ ਮਜਬੂਰ ਹੋਈ ਪਈ ਹੈ। ਘਰ ਦੀ ਗਰੀਬੀ ਦੇ ਕਰਕੇ ਦੋਹਰੀ ਮਾਰ ਪੈ ਰਹੀ ਹੈ। ਕੋਸ਼ਿਸ਼ ਕੀਤੀ ਸੀ ਕਿ ਨਸ਼ੇ ਜਿਹੜੇ ਛੁਡਵਾਏ ਜਾਣ ਪੁੱਤ ਦੇ, ਪਰ ਗਰੀਬੀ ਕਰਕੇ ਇਹ ਵੀ ਪੂਰਾ ਨਾ ਹੋ ਸਕਿਆ। ਸੋ ਪੈਸੇ ਨਾ ਹੋਣ ਕਰਕੇ ਇਲਾਜ ਵੀ ਨਹੀਂ ਕਰਾ ਪਾਈ ਹੈ ਪੁੱਤ ਦਾ। ਸੋ ਨਸ਼ਾ ਛੁਡਾਊ ਕੇਂਦਰ ਵੀ ਮੁਫਤ ਦੇ ਵਿੱਚ ਇਲਾਜ ਲਈ ਤਿਆਰ ਨਹੀਂ ਹੈ। ਤਸਵੀਰਾਂ ਬਾਖੂਬੀ ਬਿਆਨ ਕਰ ਰਹੀਆਂ ਨੇ ਕਿ ਕਿਹੋ ਜਿਹੀ ਤਰਾਸਦੀ ਹੈ ਇਸ ਪਰਿਵਾਰ ਦੇ ਲਈ ਔਰ ਖਾਸ ਤੌਰ ਤੇ ਇਸ ਮਾਂ ਦੇ ਲਈ ਜੋ ਇਸ ਪੁੱਤ ਨੂੰ ਉਸਨੇ ਸੰਗਲ ਦੇ ਨਾਲ ਬੰਨਿਆ ਹੋਇਆ ਔਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਇਹ ਔਰਤ ਜਿਹੜੀ ਹੈ ਆਪਣਾ ਪਰਿਵਾਰ ਦਾ ਪੇਟ ਪਾਲਦੀ ਹੈ। ਇਸ ਕਰਕੇ ਬੇਬਸ ਹੈ ਕਿ ਪੁੱਤ ਦਾ ਇਲਾਜ ਕਰਵਾ ਸਕੇ। ਸੋ ਪਰਿਵਾਰ ਦੀ ਕੋਈ ਵੀ ਮਦਦ ਨਹੀਂ ਕਰ ਰਿਹਾ ਔਰ ਤਸਵੀਰਾਂ ਬਾਖੂਬੀ ਬਿਆਨ ਹੋ ਰਹੀਆਂ ਨੇ ਕਿ ਕਿਵੇਂ ਇੱਥੇ ਸੰਗਲਾਂ ਦੇ ਨਾਲ ਬੰਨਿਆ ਹੋਇਆ ਇਸ ਪੁੱਤਰ ਨੂੰ ਜੋ ਕਿ ਨਸ਼ੇ ਦਾ ਆਦੀ ਹੈ ਔਰ ਇਲਾਜ ਕਰਾਉਣ ਦੇ ਲਈ ਪੈਸੇ ਨਹੀਂ ਹਨ ਇਸ ਪਰਿਵਾਰ ਦੇ ਕੋਲ। ਸਮਰਾਲਾ ਦੀਆਂ ਇਹ ਤਸਵੀਰਾਂ ਨੇ ਜੋ ਦਿਲ ਝੰਜੋੜ ਕੇ ਰੱਖਣ ਵਾਲੀਆਂ ਨੇ ਔਰ ਮਾਂ ਜਿਹੜੀ ਹੈ ਮਜਬੂਰ ਹੈ। ਜ਼ਿਆਦਾ ਦੁਖੀ ਕਰਦਾ ਵੀਰ ਜੀ ਸਾਨੂੰ, ਕੋਈ ਆਇਆ ਤਾਂ ਹੈ ਨਹੀਂ, ਨਾ ਕੋਈ ਕੈਪਟਨ ਆਇਆ ਨਾ ਕੋਈ ਹੋਰ ਆਇਆ। ਜੋ ਫਿਰ ਹੁਣ ਕਿਆ ਕਰਨਾ, ਤੇ ਬੰਨਣਾ ਹੀ ਪੈਣਾ ਸੀ ਮੈਨੂੰ ਤਾਂ। ਕੀ ਹੋ ਗਿਆ, ਕੀ ਕਾਰਨ ਹੈ ਜੀ? ਬਸ ਆਏ ਨੇ ਸਮੈਕ ਨੇ, ਜਦ ਤੱਕ ਕਹਿੰਦੇ ਖਤਮ ਕਰ ਦਾਂਗੇ ਵੀ ਅਸੀਂ ਸਮੈਕ ਆਉਣ ਨਹੀਂ ਦੇਵਾਂਗੇ ਪਿੰਡਾਂ 'ਚ। ਹੁਣ ਇਹਨਾਂ ਨੇ ਜਿਵੇਂ ਸਾਡੀ ਬਰਬਾਦੀ ਕਰਤੀ। ਬਸ ਆ ਸਮੈਕੇ ਪੀਤੀਆਂ ਤਾਂ ਮੁੰਡਿਆਂ ਨਾਲ ਰਲ ਕੇ। ਹੁਣ ਕਿਆ ਕਰੀਏ, ਜਦ ਤਾਂ ਵੋਟਾਂ ਲੈਣ ਆਉਂਦੇ ਸੀ, ਹੁਣ ਕਿਆ ਕਰੀਏ? ਹੁਣ ਕਿੱਥੇ ਸਾਨੂੰ ਕੀ ਪਤਾ। ਨਸ਼ਾ ਛੁਡਾਊ ਕੇਂਦਰ ਵੀ ਸਰਕਾਰ ਕਹਿੰਦੀ ਨਹੀਂ ਜੀ, ਉਹ ਨਹੀਂ ਕਰਦੇ ਹੈਗੇ ਕੁਛ ਵੀ, ਉਹ ਤਾਂ ਪੈਸੇ ਭਾੜਦੇ ਨੇ। ਦੇਖੋ ਜੀ, ਪਤਾ ਸਭ ਨੂੰ ਹੈ ਪਰ ਸਾਰੇ ਅਣਗੌਲੀਆਂ ਕਰਦੇ ਨੇ ਗੱਲ ਨੂੰ। ਪੰਚਾਇਤ ਨੂੰ ਪਤਾ ਹੈ, ਸਾਡੇ ਸਾਰੇ ਪਿੰਡ ਨੂੰ ਪਤਾ ਵੀ ਇਦਾਂ ਦੇ ਹਾਲਾਤ ਨੇ ਇਹਦੇ ਬੱਚੇ ਦੇ ਹੋਏ ਵੇ, ਪਰ ਕਿਸੇ ਨੇ ਇਹਦੀ ਸਾਰ ਨਹੀਂ ਲਿੱਤੀ। ਔਰ ਮੈਂ ਇਹਨੂੰ ਪੁੱਛਦਾ ਰਹਿਣਾ ਹਰ ਟਾਈਮ, ਜਿਹੜੀ ਇਹਦੀ ਮਾਂ ਹੈ ਵੀ ਕਿਵੇਂ ਆ ਭਾਗਾ, ਕਿਵੇਂ ਆ ਭਾਗਾ, ਕਿਵੇਂ 10 ਦਿਨ ਦੀ ਬੰਨਿਆ ਪਿਆ, ਪਰ ਹੁਣ ਕੀ ਕਰ ਸਕਦੇ ਆ ਜੀ। ਕਾਰਨ ਇਹੀ ਹੈ ਜੀ ਨਸ਼ਾ।
ਨਸ਼ੇ ਦੀ ਆਪਾਂ ਗੱਲ ਕਰੀਏ ਵੀ ਸਵੇਰ ਜੇ ਬਾਹਰ ਨਿਕਲਦਾ ਨਸ਼ਾ ਕਰੂਗਾ, ਲੋਕਾਂ ਸਮਾਨ ਚੱਕੂਗਾ, ਵੇਚੂਗਾ, ਉਹਦੇ ਲਈ ਫਿਰ ਜਿਹੜੇ ਪੈਸੇ ਬਣਨਗੇ ਫਿਰ ਨਸ਼ਾ ਕਰੂਗਾ, ਲੋਕਾਂ ਦੇ ਲਾਂਭੇ ਆਉਣਗੇ, ਲੋਕ ਇਹਨੂੰ ਕੁੱਟਣਗੇ, ਮਾਰਨਗੇ। ਉਹਦਾ ਕਾਰਨ ਕੀ ਹੈ? ਇਹਦੀ ਮਾਂ ਇਕੱਲੀ ਆ ਘਰ ਦੇ ਵਿੱਚ, ਉਹ ਮੰਨਣ ਲਈ ਮਜਬੂਰ ਹੋ ਗਈ ਵੀ ਮੈਂ ਲੋਕਾਂ ਦੇ ਲਾਂਭੇ ਕਿਵੇਂ ਸਹਾਂਗੀ, ਕਿਵੇਂ ਮੈਂ ਲੋਕਾਂ ਦੇ ਪੈਸੇ ਮੋੜਾਂ। ਸੋ ਇਤਰਾਜ਼ ਦੀ ਹੈ ਪਰਿਵਾਰ ਦੀ ਤੇ ਹਾਲਾਤ ਕੀ ਕੁਝ ਨੇ। ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ, ਜਲਦੀ ਵਾਪਸ ਆਵਾਂਗੇ।